Hello dear students, how are you all? Welcome back. Dear students, today we are going to discuss about our next chapter of class 8th science subject, and the chapter name is sound. Sound means ਧੁਨੀ। मतलब इस वीडियो ਦੇ ਵਿੱਚ ਅਸੀਂ ਚੈਪਟਰ ਨੰਬਰ 13 ਜੋ ਕਿ ਕਲਾਸ 8ਵੀਂ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਹੈ ਇਸ ਬਾਰੇ ਗੱਲ ਕਰਾਂਗੇ। ਇਸ ਦੀ ਬੈਕ ਐਕਸਰਸਾਈਜ਼ ਦੇ ਕੁਐਸਚਨ ਜਿਹੜੇ ਆ ਉਹ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ, ਜਿਸ ਦੇ ਤਹਿਤ ਜੋ ਫਰਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ, ਦਿਸ ਇਜ਼ choose the correct answers. The sound can travel through the gases only, solid only, liquid only or solid, liquid and gases. Okay बच्चों, मतलब कि ਹੇਠਲਿਆਂ ਵਿੱਚੋਂ ਕਿਹੜਾ ਕਥਨ ਜਿਹੜਾ ਉਹ ਸਹੀ ਹੈ ਕਿ ਧੁਨੀ ਜਿਹੜੀ ਆ ਉਹ ਸੰਚਾਰਿਤ ਹੋ ਸਕਦੀ ਹੈ ਸਿਰਫ ਹਵਾ ਜਾਂ ਗੈਸਾਂ ਵਿੱਚ, ਕੇਵਲ ਦਰਵਾਂ ਦੇ ਵਿੱਚ, ਕੇਵਲ ਠੋਸਾਂ ਦੇ ਵਿੱਚ ਜਾਂ ਤਿੰਨਾਂ ਦੇ ਵਿੱਚ। ਓਕੇ ਬੱਚੋ ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਊਂਡ ਕੀ ਹੁੰਦੀ ਹੈ। ਸਾਊਂਡ ਵਿੱਚ ਇੱਕ ਫਾਰਮ ਆਫ એનર્ਜੀ ਆ ਵਿਚ ਪ੍ਰੋਡਿਊਸ ਆ ਸੈਂਸੇਸ਼ਨ ਆਫ ਹੀਅਰਿੰਗ। मतलब ਸਾਨੂੰ ਕੋਈ ਵੀ ਚੀਜ਼ ਜਿਹੜੀ ਸੁਣਾਈ ਦਿੰਦੀ ਆ ਉਹ ਕਿਹਦੇ ਕਰਕੇ, ਸਾਊਂਡ ਕਰਕੇ ਸੁਣਾਈ ਦਿੰਦੀ ਹੈ। ਸਾਊਂਡ ਹੁੰਦੀ ਕੀ ਹੈ, ਸਾਊਂਡ ਜਿਹੜੇ ਕੰਪਨ ਰਾਹੀਂ ਪੈਦਾ ਹੁੰਦੀ ਹੈ। ਠੀਕ ਹੈ ਬੱਚੇ, ਵਾਈਬ੍ਰੇਸ਼ਨਸ ਜਦੋਂ ਹੁੰਦੀਆਂ ਸਟ੍ਰਿੰਗ ਦੇ ਵਿੱਚ ਉਦੋਂ ਫਿਰ ਸਾਊਂਡ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਹੈ। ਤੇ ਸਾਊਂਡ ਦੇ ਟਰੈਵਲ ਕਰਨ ਲਈ ਤਿੰਨੋਂ ਮੀਡੀਅਮ ਜਿਹੜੇ ਆ ਉਹ ਰਿਕੁਆਇਰਡ ਆ, मतलब ਕਿ ਤਿੰਨਾਂ ਮੀਡੀਅਮ ਦੇ ਵਿੱਚ ਇਹ ਧੁਨੀ ਜਿਹੜੀ ਆ ਉਹ ਟਰੈਵਲ ਕਰ ਸਕਦੀ, ਸੰਚਾਰਿਤ ਕਰ ਸਕਦੀ ਹੈ। तो इसका आंसर ਜਿਹੜਾ ਹੈ ਉਹ ਕੀ ਆਣਾ ਹੈ, डी ऑप्शन ਆਣੀ ਹੈ, मतलब सॉलिड, लिक्विड एंड गैसेस। ओके बच्चों, ਉਸ ਤੋਂ ਬਾਅਦ ਨੈਕਸਟ ਕੁਐਸਚਨ ਜਿਹੜਾ ਹੈ ਉਹ ਕੀ ਹੈਗਾ, ਇਹ ਵੀ ਐਮਸੀਕਿਊ ਦੇ ਰੂਪ ਵਿੱਚ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਵਿਰਤੀ ਘੱਟੋ ਘੱਟ ਹੋਣ ਦੀ ਸੰਭਾਵਨਾ ਹੈ। ਪਿਆਰੇ ਵਿਦਿਆਰਥੀਓ, ਆਪਸ਼ਨ ਹੈਗੇ ਆ ਛੋਟੀ ਲੜਕੀ ਦੀ, ਛੋਟੇ ਲੜਕੇ ਦੀ, ਆਦਮੀ ਦੀ ਜਾਂ ਫਿਰ ਔਰਤ ਦੀ। means the voice of which of the following is likely to have a minimum frequency। ठीक है, ਤੇ ਬੱਚੇ ਆਵਿਰਤੀ ਦਾ ਮਤਲਬ ਕੀ ਹੁੰਦਾ ਹੈ, ਨੰਬਰ ਆਫ ਵੇਵਸ। ਜਦੋਂ ਵੇਵਸ ਜਿਹੜੀਆਂ ਨੇ ਉਹ ਇੱਕ ਗਿਵਨ ਟਾਈਮ ਦੇ ਵਿੱਚ ਕਿੰਨੀਆਂ ਵੇਵਸ ਜਿਹੜੀਆਂ ਉਹ ਪਾਸ ਕਰਦੀਆਂ ਉਹਨੂੰ ਅਸੀਂ ਕੀ ਕਹਿੰਦੇ ਆ, ਉਹਦੀ ਆਵਿਰਤੀ ਕਹਿੰਦੇ ਆ। ਠੀਕ ਹੈ, ਮਤਲਬ ਫ੍ਰੀਕੁਐਂਸੀ ਜਿਹੜੀ ਆ ਉਹ ਕੀ ਹੁੰਦੀ ਆ, ਵੇਵਸ, ਨੰਬਰ ਆਫ ਵੇਵਸ ਡਿਵਾਈਡ ਬਾਈ ਇਨ ਅ ਗਿਵਨ ਟਾਈਮ ਦੇ ਜਿੰਨਾ ਵੀ ਟਾਈਮ ਗਿਵਨ ਹੈ, मतलब 1 ਸੈਕਿੰਡ ਆ, ਮੰਨ ਲਓ 1 ਸੈਕਿੰਡ ਦੇ ਵਿੱਚ ਕਿੰਨੀਆਂ ਵੇਵ ਪਾਸ ਕਰਦੀਆਂ ਉਹਨੂੰ ਅਸੀਂ ਉਹਦੀ ਫ੍ਰੀਕੁਐਂਸੀ ਕਹਿੰਦੇ ਆ। ਤੇ ਪਿਆਰੇ ਵਿਦਿਆਰਥੀਓ, ਇਹਦਾ ਆਨਸਰ ਜਿਹੜਾ ਹੈ ਉਹ ਆਣਾ ਆਦਮੀ ਦੀ ਆਵਿਰਤੀ ਜਿਹੜੀ ਆ ਉਹ ਕੀ ਹੈ, ਘੱਟ ਹੁੰਦੀ ਹੈ। ਠੀਕ ਹੈ, ਇਹ ਯਾਦ ਰੱਖਣਾ ਸਾਰੇ ਬੱਚਿਆਂ ਨੇ। ਠੀਕ, ਬੜਾ ਇੰਪੋਰਟੈਂਟ ਕੁਐਸਚਨ ਹੈ। ਉਸ ਤੋਂ ਬਾਅਦ ਅਗਲੇ ਜਿਹੜੇ ਆ ਉਹ ਕੀ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਠੀਕ ਹਨ ਜਾਂ ਗਲਤ ਹਨ, ਇਹਨਾਂ ਬਾਰੇ ਗੱਲ ਕਰਨੀ। ਕਿ ਧੁਨੀ ਖਲਾਅ ਵਿੱਚ ਸੰਚਾਰਿਤ ਨਹੀਂ ਹੁੰਦੀ। प्यारे विद्यार्थियों, खला का मतलब होता है वैक्यूम। मीन्स दिस क्वेश्चन इज साउंड कैन नॉट बी ट्रैवल इन ए वैक्यूम। तो वैक्यूम दे विच बच्चे साउंड जिहड़ी ट्रैवल नहीं करती, इसदा मतलब इसदा आंसर जिहड़ा वो की आना है ट्रू। ठीक है, ये ट्रू है। उस तो बाद की है, किसी कंपित वस्तुओं विचों प्रति सैकेंड होने वालियां डोलनां की संख्या नूं उसका आवर्तित काल कहंदे हन। ठीक है, मतलब की हैगा द नंबर ऑफ ऑसिलेशन पर सैकेंड ऑफ ए वाइब्रेटिंग ऑब्जेक्ट इज कॉल्ड एज इट्स टाइम पीरियड। प्यारे विद्यार्थियों, टाइम पीरियड नहीं होंदा, ये होंदी है फ्रीकुएंसी। ठीक है, ये की होंदी है फ्रीकुएंसी। ਇਹਦਾ मतलब ਹੁਣੀ ਦੱਸ ਕੇ ਹਟਿਆ, मतलब ਇਹ ਉਹਦੀ ਆਵਿਰਤੀ ਹੁੰਦੀ ਹੈ। ਠੀਕ, तो ਇਹ ਆਨਸਰ ਜਿਹੜਾ ਕੀ ਹੈ ਨਾ ਫਾਲਸ ਆ ਜਾਣਾ। ਠੀਕ, ਉਸ ਤੋਂ ਬਾਅਦ ਹੈਗਾ ਜੋ ਜੇ ਕੰਪਨ ਦਾ ਆਯਾਮ ਦਾ मतलब ਹੁੰਦਾ ਐਂਪਲੀਟਿਊਡ। ਉਹ ਕਿੰਨਾ ਹੁੰਦਾ, ਦੇਖੋ ਐਂਪਲੀਟਿਊਡ ਇਹ ਹੁੰਦਾ ਜਦੋਂ ਇੱਕ ਵੇਵ ਬਣੀ, ਮੰਨ ਲਓ ਆ ਵੇਵ ਹੈ। ਠੀਕ ਹੈ, तो ਵੇਵ ਦੇ ਵਿੱਚ ਆ ਮੈਕਸਿਮਮ ਜਿਹੜੀ ਡਿਸਪਲੇਸਮੈਂਟ ਹੁੰਦੀ ਵੇਵ ਦੀ ਉੱਪਰ ਨੂੰ, ठीक, इधर नूं इहनूं इहदा आयाम कहंदे आ। ठीक, की कहंदे आ, आयाम कहंदे ने, मतलब एंपलीट्यूड। ते एंपलीट्यूड वधदा है तां धुनी जिहड़ी आ हौली हुंदी है। प्यारे विद्यार्थियों, ये भी फॉल्स है। जिहड़ी धुनी आ ये आयाम ते ओहदी जिहड़ी आ लाउडनेस डिपेंड करदी है। मतलब जे आयाम वध है तां ओह धुनी जिहड़ी आ उच्ची होएगी। ठीक है, की होएगी, उच्ची होएगी। ठीक है, लाउड होएगी। ठीक है, ओहदी लाउडनेस जिहड़ी आ ओह की है ਜ਼ਿਆਦਾ ਹੁੰਦੀ ਹੈ। ਠੀਕ, तो ਉਸ ਤੋਂ ਬਾਅਦ ਕਿਸੇ ਮਨੁੱਖੀ ਕੰਨ ਦੇ ਲਈ ਸੁਣਨਯੋਗ ਸੀਮਾ ਜਿਹੜੀ ਆ ਉਹਦੀ ਫ੍ਰੀਕੁਐਂਸੀ ਦੀ ਹੈ, ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈ। ਇਹ ਕਿੰਨੀ ਹੁੰਦੀ ਹੈ, 20 ਹਰਟਜ਼ ਤੋਂ, ਹਰਟਜ਼ ਜਿਹੜੇ ਆ ਫ੍ਰੀਕੁਐਂਸੀ ਦੇ ਯੂਨਿਟ ਹੁੰਦੇ ਆ, ਤੋਂ ਲੈ ਕੇ 20 ਕਿਲੋ ਹਰਟਜ਼ ਤੱਕ ਹੁੰਦੀ ਹੈ। ਠੀਕ, तो ਇਹ ਟਰੂ ਆਨਸਰ ਹੈ। ਉਸ ਤੋਂ ਬਾਅਦ ਕੰਪਨ ਦੀ ਆਵਿਰਤੀ ਜਿੰਨੀ ਘੱਟ ਹੋਵੇ, ਵਿੱਚ ਉਨੀ ਹੀ ਜ਼ਿਆਦਾ ਹੋਵੇਗੀ। प्यारे विद्यार्थियों, कंपन की आवृत्ति नाल जिहड़ा पिच दा डायरैक्ट संबंध हुंदा है। मतलब जिन्नी ज़्यादा आवृत्ति होएगी उन्नी ज़्यादा साउंड की जिहड़ी आ ओह पिच हुंदी है। ठीक है, तो ये भी आंसर जिहड़ा ओह की है फॉल्स हो गया।
ओके उस तो बाद अणचाही जां भैड़ी लगन वाली धुनी नूं संगीत कहंदे हन। प्यारे विद्यार्थियों हुणे तुहानूं टॉपिक जिहड़ा सिलेबस च नहीं रहा इस करके इहनूं करन दी लोड़ नहीं है पर इहदा आंसर जिहड़ा याद रखियो जिहड़ी धुनी अणचाही हुंदी है जां भैड़ी लगन वाली हुंदी है उहनूं बच्चे शोर कहंदे हन। की कहंदे हन शोर कहंदे ने नॉइस ठीक है ये आखदे हन नॉइस आखदे हन। तो ये तुहानूं हुण इस बार सिलेबस नहीं हैगा इस करके इहनूं करन दी लोड़ नहीं है। उस तो बाद शोर प्रदूषण अधूरा बोलापन पैदा कर सकता है। प्यारे विद्यार्थियों ये भी सही है पर यह भी हुण तुहानूं सिलेबस च नहीं रहा इस करके क्वेश्चन भी तुसीं ट्रू फॉल्स जिहड़ा नहीं करना पहले 5 जिहड़े आ ट्रू फॉल्स करने हैं। उस तो बाद नैक्सट है क्वेश्चन नंबर 4 खाली थां भरो। खाली थां दे विच की है किसी वस्तु द्वारा एक डोलन नूं पूरा करन दे लई लै गए समय नूं उसदा आवर्तित काल कहंदे हन। की कहंदे ने आवर्तित काल कहंदे ने। ये बच्चे याद रखना मतलब देखिए द टाइम टेकन बाय एन ऑब्जेक्ट टू कंप्लीट वन ऑसिलेशन इज कॉल्ड एज इन्हों बच्चे की कहंदे ओदा टाइम पीरियड। ओके ये आखदे हन टाइम पीरियड आखदे हन ठीक है। धुनी दा उच्चापन दा मतलब लाउडनेस हुंदा ठीक है। कंपन दे किते डिपेंड करदा बच्चे कंपन दे एंपलीट्यूड ते डिपेंड करदा। हुणी दस जेहड़े कि वेव जेकर धुनी दी वेव जिहड़ी आ ਉਹ ਅਸੀਂ ਇਦਾਂ ਬਣਾਉਂਦੇ ਆ ਤਾਂ ਉਹਦੇ ਵਿੱਚ ਜਿਹੜੀ ਆ ਮੈਕਸਿਮਮ ਆ ਵਾਲੀ ਡਿਸਪਲੇਸਮੈਂਟ ਆ ਇਹਨੂੰ ਬੱਚੇ ਉਹਦਾ ਆਯਾਮ ਆਖਦੇ ਹਨ। ਕੀ ਆਖਦੇ ਹਨ ਆਯਾਮ ਆਖਦੇ ਹਨ। ਇਹ ਜਿੰਨਾ ਜ਼ਿਆਦਾ ਹੋਏਗਾ ਮੰਨ ਲਓ ਅਸੀਂ ਦੋ ਵੇਵ ਬਣਾ ਲਈਆਂ ਠੀਕ ਹੈ ਇੱਕ ਵੇਵ ਇਦਾਂ ਬਣਾ ਲਈ ਇੱਕ ਇਦਾਂ ਬਣਾ ਲਈ। ਤੁਹਾਨੂੰ ਕਲਾਸ ਦੇ ਵਿੱਚ ਅਸੀਂ ਕਰਾਇਆ ਸੀਗਾ ਕਿ ਜਿਹੜੇ ਦੋ ਟੌਪਿਕ ਹੈ ਢੋਲ ਠੀਕ ਹੈ ਇੱਕ ਢੋਲ ਤੇ ਇੱਕ ਵਿਸਲ मतलब सीटी दोनों दियां आयाम दिखाए सीगे ठीक है। पर ढोल का जिहड़ा आयाम आ वो की है ज़्यादा हुंदा है। ओके जी ये वाला आयाम जिहड़ा ज़्यादा हुंदा है तो उच्चापन जिहड़ा आयाम ते ही डिपेंड करता है निर्भर करता है। तो आयाम का मतलब की आ गया एंपलीट्यूड। ओके तो ये एंपलीट्यूड ते डिपेंड करेगा मीनस द लाउडनेस इज डिटरमिन्ड बाय द एंपलीट्यूड ऑफ वाइब्रेशन। आवृत्ति दी बच्चे मात्रिक इकाई जिहड़ी है वो हुंदी है हर्ट्ज ठीक है। हर्ट्स याद रखना मतलब पर सैकेंड विच भी आप लिख सकते हैं। हर्ट्स जिहड़ी इहदी मात्रिक इकाई हुंदी तो इत्थे बच्चे यूनिट ऑफ फ्रीक्वेंसी तुसीं की लिखोगे हर्ट्स। हर्ट्स इज द नेम ऑफ द पर्सन हू गिव द कंसैप्ट ऑफ फ्रीक्वेंसी। ਉਹਦੇ ਨਾਮ ਤੇ ਜਿਹੜਾ ਹੈ ਹਰਟਸ ਜਿਹੜਾ ਨਾਮ ਦਿੱਤਾ ਗਿਆ। ਅਣਚਾਹੀ ਧੁਨੀ ਨੂੰ ਬੱਚੇ ਸ਼ੋਰ ਆਖਦੇ ਹਨ। ਇਹ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਿਲੇਬਸ 'ਚ ਹੁਣ ਨਹੀਂ ਹੈ। ਮਤਲਬ ਅਨਵਾਂਟਡ ਸਾਊਂਡ ਇਜ਼ ਕਾਲਡ ਐਜ਼ ਇਹਨੂੰ ਕੀ ਕਹਿੰਦੇ ਨੇ ਨੋਇਸ ਆਖਦੇ ਹਨ ਠੀਕ ਹੈ। ਕੀ ਆਖਦੇ ਹਨ ਨੋਇਸ। ਧੁਨੀ ਦਾ ਤਿੱਖਾਪਨ ਬੱਚੇ आवृत्ति ਤੇ ਨਿਰਭਰ ਕਰਦਾ ਹੈ याद करना ठीक है। ਤਿੱਖਾਪਨ ਜਿੱਦਾਂ ਵਿਸਲ ਜਿਹੜੀ ਆ ਵਿਸਲ ਬਹੁਤ ਤਿੱਖੀ ਸਾਊਂਡ ਦੇ ਵਿੱਚ ਹੁੰਦੀ ਉਹਦੇ ਵਿੱਚ ਨੰਬਰ ਆਫ ਵੇਵ ਜਿਹੜੀਆਂ ਬਹੁਤ ਜ਼ਿਆਦਾ ਬਣਦੀਆਂ ਇਦਾਂ ਠੀਕ ਹੈ ਇੱਕ ਗਿਵਨ ਟਾਈਮ ਦੇ ਵਿੱਚ। तो वो किते डिपेंड करता आवृत्ति ते। आवृत्ति का मतलब की है फ्रीक्वेंसी की है फ्रीक्वेंसी ते डिपेंड करता। ओके बच्चों तो सस्सा ਇਹਦੇ ਵਿੱਚ मीनस फोर्थ वाली ਜਿਹੜੀ ਫਿਲअप है वो तुसी नहीं करनी बाकी सारियां ਦੇ ਵਿੱਚ ਫਿਲअਪ ਕਰਨੀਆਂ ਹਨ। ओके जी ਉਸ ਤੋਂ ਬਾਅਦ क्वेश्चन नंबर 5 ਇਹ ਵਿੱਚ ਨੂਮੈਰੀਕਲ पोर्शन है। ਨੂਮੈਰੀਕਲ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਆਵਰਤਿਤ ਕਾਲ ਠੀਕ ਹੈ मतलब टाइम पीरियड ਤੇ ਆਵਰਤੀ ਦੇ ਫਾਰਮੂਲੇ ਜਿਹੜੇ ਆ ਉਹ ਪਤਾ ਹੋਣੇ ਚਾਹੀਦੇ ਨੇ। आवृत्ति का बच्चे मतलब की हुंदा है कि किसी समय दे विच किन्ने डोलन जिहड़े आ हो रहे ने ठीक है। किसी गिवन टाइम दे विच किन्नियां वेव्स जिहड़ियां इदां पास आउट हो रही ठीक है। किन्ने टाइम दे विच गिवन टाइम च मान लो आ तुहाडे कोल समा है ठीक है इन्ने समय दे विच किन्नियां वेव्स जिहड़ियां उहदे विचों पास कीतियां उहनूं असीं इहदी आवृत्ति आखदे हां। की आखदे हां आवृत्ति। पहलां ते फार्मूला पता होना चाहिए। फार्मूला की है आवृत्ति का डोलन बटा समा। सारे बच्चों ने याद रखना आवृत्ति का फार्मूला हुंदा है डोलन बटा समा हुंदा है ठीक है। इत्थे बच्चे देखो डोलन जिहड़े कितनी बार हो रहा है 40 बार। कितनी बार 40 बार ठीक है। किन्ने सैकेंड विच 4 सैकेंड दे विच ते 1 सैकेंड दे विच हुण इत्थे समा जिहड़ा असीं 1 सैकेंड लैणा ठीक है। 1 सैकेंड विच किन्ने डोलन हुंदे आ उहनूं असीं ओहदी की है आवृत्ति आखदे आ। ਤੇ 1 ਸੈਕਿੰਡ ਵਿੱਚ ਤੁਸੀਂ ਡੋਲਰਾਂ ਦੀ ਗਿਣਤੀ ਕੱਢਣੀ ਹੋਵੇ ਤਾਂ ਕਿੱਦਾਂ ਕੱਢਾਂਗੇ 4 ਨਾਲ ਕੀ ਭਾਗ ਕਰ ਦਾਂਗੇ ਇਹਦਾ ਮਤਲਬ ਆਨਸਰ ਆ ਜਾਏਗਾ 10 ਠੀਕ ਹੈ। तो 10 ਇਹਦੀ ਕੀ ਹੈ 10 ਹਰਟਜ਼ ਜਿਹੜੀ ਆ ਇਹਦੀ ਫ੍ਰੀਕੁਐਂਸੀ ਆ ਜਾਏਗੀ मतलब ਡੋਲਨ ਬਟਾ ਸਮਾਂ तो 40 बटा 4 कितना आ गया 10 हर्ट्ज से की आ गई आवृत्ति मतलब फ्रीक्वेंसी आ गई ठीक है। ते आवर्तित काल का मतलब होता है टाइम पीरियड। की होता है टाइम पीरियड बच्चे कितना करते हैं टाइम पीरियड जिहड़ा है रेसिप्रोकल होता फ्रीक्वेंसी का ठीक है मतलब आवृत्ति का मतलब 1 बटा आवृत्ति जिहड़ा आ वो की हो जाएगा ओहदा आवर्तित काल
ओके जी। तो ਇਹਦਾ मतलब फ्रीक्वेंसी ਇੱਥੇ ਕਿੰਨੀ ਆਈ ਹੈ 10 1/10 ਕੀਤਾ ਤਾਂ 0.1 ਜਿਹੜੇ ਆ ਉਹ ਸੈਕਿੰਡ ਆ ਜਾਣਗੇ ਠੀਕ ਹੈ ਸੈਕਿੰਡ ਕਿਉਂਕਿ ਹਰਟਸ ਜਿਹੜੇ ਨੇ ਉਹ ਕੀ ਆ ਪਰ ਸੈਕਿੰਡ ਦੇ ਵਿੱਚ ਅਸੀਂ ਕੱਢਦੇ ਆ तो फार्मूला इसे सारे बच्चे नोट करो कि फार्मूला की है मेन गल ये है फार्मूला की है आवृत्ति का फार्मूला हो गया की है डोलन बटा समा ठीक है किन्ने डोलन सी 40 किन्ना समा सी 4 तो ये किन्ना आ गया 10 हर्ट्स या फिर पर सेकंड ते उस तो बाद आवृत्तित काल ਜਿਹੜਾ ਆ ਉਹ ਕਿੱਦਾਂ ਕੱਢਿਆ ਪਿਆਰੇ ਵਿਦਿਆਰਥੀਆਂ ਨੂੰ ਕੱਢਣ ਦਾ ਫਾਰਮੂਲਾ ਕੀ ਸੀ 1 आवृत्ति बड़ा इंपॉर्टेंट टॉपिक है 1 आवृत्ति 1/10 सेकंड इनवर्स जो ये 10 ऊपर चल गया ये बन गया 1/10 बन गए 0.1 सेकंड ओके जी तो ये क्वेश्चन नंबर 5 है उस तो बाद अगला भी न्यूमेरिकल है कि एक मच्छर है अपने खंभां दे नाल 500 कंपन प्रति सेकंड करता है उसकी दी औसत दर नाल कंपित करके धुनी पैदा करता है उसका आवर्तित काल पता करो ठीक है की पता करना है आवर्तित काल देखो बच्चे इत्थे सब तो पहला ते ये किन्ना डोलन करता है देखो डोलन एक दिते समय दे विच ठीक है डोलन कर रहा 500 समा हैगा 1 सेकंड ਇਹਦਾ मतलब 500 ਦੀ ਕੀ ਹੋਗੀ आवृत्ति ठीक है 500 ਦੀ ਕੀ ਹੋਗੀ आवृत्ति ਤੇ ਆਵਰਤਿਤ ਕਾਲ ਦਾ ਫਾਰਮੂਲਾ ਕੀ ਸੀ ਹੁਣੇ ਪੜ ਕੇ ਹਟੇ ਆ ਅਸੀਂ ਆਵਰਤਿਤ ਕਾਲ ਜਿਹੜਾ ਆ ਉਹ ਕੀ ਹੁੰਦਾ 1 आवृत्ति ठीक है मतलब 1 by frequency तो फ्रीक्वेंसी हैगी आ 500 1/500 जो डिवाइड करोगे आ जाना 0.02 सेकंड आ जाएगा ठीक है 0.02 सेकंड ओके जी तो ये बड़ा इजी सम हो गया उस तो बाद 7th ਵਿੱਚ ਕੀ ਆ ਸਾਜ਼ਾਂ ਵਿੱਚ ਉਸ ਭਾਗ ਨੂੰ ਪਹਿਚਾਣੋ ਜੋ ਕਿ ਧੁਨੀ ਪੈਦਾ ਕਰਨ ਵਾਲੇ ਕੰਪਨ ਕਰਨ ਲਈ ਕੰਪਨ ਕਰਦਾ ਹੈ ਬੱਚੇ ਢੋਲ ਦੇ ਵਿੱਚ ਕੀ ਹੁੰਦਾ ਖਿੱਚੀ ਹੋਈ ਝਿੱਲੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਸਿਤਾਰ ਦੇ ਵਿੱਚ ਖਿੱਚੀ ਹੋਈ ਤਾਰ ਹੁੰਦੀ ਹੈ ਬਾਂਸਰੀ ਜਿਹੜੀ ਆ ਹਵਾ ਦਾ ਕਾਲਮ ਹੁੰਦਾ ਹੈ ਓਕੇ ਇਹ ਅਸੀਂ ਕੱਲ ਹੀ ਕਲਾਸ ਦੇ ਵਿੱਚ ਇਹ ਟੌਪਿਕ ਜਿਹੜਾ ਉਹ ਕੀਤਾ ਸੀਗਾ ਤੇ ਉਸ ਤੋਂ ਬਾਅਦ ਨੈਕਸਟ ਜਿਹੜੇ ਕੁਐਸਚਨ ਹੈਗੇ ਆ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਨੋਇਸ ਐਂਡ 뮤직 ਇਹ ਹੁਣ ਤੁਹਾਨੂੰ ਸਿਲੇਬਸ ਦੇ ਵਿੱਚ ਨਹੀਂ ਰਿਹਾ ਪਰ ਬੱਚੇ ਨੋਇਸ ਜਿਹੜਾ ਇਹ ਕੀ ਹੁੰਦੀ ਹੈ ਵੈਸੇ ਤੁਹਾਨੂੰ ਕਰਵਾ ਦਿੰਨੇ ਕਿ ਨੋਇਸ ਜਿਹੜਾ ਉਹ ਕੀ ਹੈਗੀ ਆ ਅਨਵਾਂਟਡ ਸਾਊਂਡ ਨੂੰ ਅਸੀਂ ਨੋਇਸ ਕਹਿ ਦਿੰਨੇ ਆ म्यूजिक ਜਿਹੜਾ ਹੁੰਦਾ ਉਹ ਕੀ ਪਲੇਜ਼ੈਂਟ ਸਾਊਂਡ ਨੂੰ ਅਸੀਂ 뮤직 ਕਹਿੰਦੇ ਆ ਠੀਕ ਹੈ ਉਸ ਤੋਂ ਬਾਅਦ 뮤직 ਜਿਹੜਾ ਉਹ ਨੋਇਸ ਬਣ ਜਾਂਦੀ ਹੈ ਹਾਂਜੀ ਬੱਚੇ ਯੈਸ 뮤직 ਕੈਨ ਬਿਕਮ ਦ ਨੋਇਸ ਵੈਨ ਇਟ ਇਜ਼ ਟੂ ਲਾਊਡ ਜਦੋਂ ਬਹੁਤ ਜ਼ਿਆਦਾ ਲਾਊਡ ਹੁੰਦਾ ਹੈ ਬਹੁਤ ਉੱਚੀ ਹੁੰਦਾ ਹੈ ਤਾਂ ਫਿਰ ਉਹ ਕੀ ਹੈ ਉਹ ਨੋਇਸ ਬਣ ਜਾਂਦਾ ਹੈ ਠੀਕ ਉਸ ਤੋਂ ਬਾਅਦ 9th ਕੁਐਸਚਨ ਹੈਗਾ ਲਿਸਟ ਦੀ ਸੋਰਸਸ ਆਫ ਦਾ ਨੋਇਸ ਪੋਲਿਊਸ਼ਨ ਇਨ ਯੂਅਰ ਸਰਾਊਂਡਿੰਗ ਮਤਲਬ ਇਹਦੇ ਵਿੱਚ ਸਰਾਊਂਡਿੰਗ ਦੇ ਵਿੱਚ ਕਿੱਥੋਂ ਸ਼ੋਰ ਪ੍ਰਦੂਸ਼ਣ ਜਿਹੜਾ ਹੋ ਸਕਦਾ ਉਹਦੇ ਵਿੱਚ ਵਹੀਕਲ ਦਾ ਸ਼ੋਰ ਕਿਚਨ ਦੇ ਵਿੱਚ ਅਪਲਾਈਐਂਸਿਸ ਜਿਹੜੇ ਭਾਂਡੇ ਜਦੋਂ ਖੜਕਦੇ ਨੇ ਠੀਕ ਹੈ ਉਸ ਤੋਂ ਬਾਅਦ ਕ੍ਰੈਕਰ ਜਦੋਂ ਤੁਸੀਂ ਪਟਾਕੇ ਚਲਾਉਂਦੇ ਹੋ ਟੀਵੀ ਦੇ ਨਾਲ ਲਾਊਡ ਸਪੀਕਰ ਦੇ ਨਾਲ ਠੀਕ ਹੈ ਇਸ ਤੋਂ ਬਾਅਦ ਵਿੱਚ ਇੱਕ ਕੁਐਸਚਨ ਹੋਰ ਹੈਗਾ ਐਕਸਪਲੇਨ ਇਨ what way the noise pollution is harmful to the human तो बच्चे noise pollution ਦੇ ਨਾਲ ਕੀ ਹੈ lack of sleep ਠੀਕ ਹੈ ਨੀਂਦ ਨਹੀਂ ਆਉਂਦੀ anxiety ਚਿੰਤਾ ਵੱਧਦੀ ਹੈ hypertension ਤੇ ਇਸੇ ਤਰ੍ਹਾਂ ਬੱਚੇ ਇਹ ਸਾਰੇ ਜਿਹੜੇ ਹੈ health hazards ਹੈਗੇ ਨੇ ਮਤਲਬ health ਦੇ ਇਹਨਾਂ ਦੇ ਸ਼ੋਰ ਪ੍ਰਦੂਸ਼ਣ ਦੇ ਨਾਲ ਕੀ ਹੈਗਾ ਨੁਕਸਾਨ ਹੁੰਦਾ ਹੈ ਬਟ ਇਹ ਸਾਰੇ ਕੁਐਸਚਨ ਹੁਣ ਤੁਹਾਨੂੰ ਸਿਲੇਬਸ 'ਚ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਕਰਨ ਦੀ ਲੋੜ ਨਹੀਂ ਓਕੇ ਉਸ ਤੋਂ ਬਾਅਦ ਅਗਲਾ ਜਿਹੜਾ ਕੁਐਸਚਨ ਹੈ ਇਹ ਬੱਚੇ ਕੀ ਹੈ ਮਨੁੱਖੀ ਕੰਠ ਦਾ ਚਿੱਤਰ ਬਣਾਓ ਦੇਖੋ ਮਨੁੱਖੀ ਕੰਠ ਜਿਹੜਾ ਆ ਉਹ ਇਸ ਤਰ੍ਹਾਂ ਹੁੰਦਾ ਠੀਕ ਹੈ ਇਹਨੂੰ ਮਨੁੱਖੀ ਕੰਠ ਕਹਿੰਦੇ ਨੇ ਜ਼ਿਆਦਾਤਰ ਮਨੁੱਖਾਂ ਦੇ ਵਿੱਚ ਤੁਸੀਂ ਜਿਹੜੇ ਮਰਦ ਹੁੰਦੇ ਨੇ ਮਰਦਾਂ ਦਾ ਕੰਠ ਜਿਹੜਾ ਉਹ ਆਮ ਤੌਰ ਤੇ ਆਰਾਮ ਨਾਲ ਦਿਖ ਜਾਂਦਾ ਹੈ ਠੀਕ ਹੈ ਪਰ ਔਰਤਾਂ ਦੇ ਕੰਠ ਪਟਾਰੀ ਜਿਹੜੀ ਹੈ ਮਤਲਬ ਕੰਠ ਮਨੁੱਖੀ ਕੰਠ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਠੀਕ ਹੈ ਇਹਦੇ ਕਾਰਜ ਨੂੰ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰੋ ਬੱਚਾ ਮਨੁੱਖੀ ਕੰਠ ਨੂੰ ਵਾਕ ਜੰਤਰ ਵੀ ਆਖਦੇ ਨੇ ਵਾਕ ਜੰਤਰ ਵੀ ਕਹਿੰਦੇ ਨੇ ਇਹ ਸਾਹ ਨਲੀ ਦੇ ਉੱਪਰਲੇ ਸਿਰੇ ਤੇ ਹੁੰਦਾ ਹੈ ਇਸ ਵਿੱਚੋਂ ਇਸ ਵਿੱਚ ਦੋ ਸੁਰ ਤੰਦ ਹੁੰਦੇ ਨੇ ਕਿੰਨੇ ਸੁਰ ਤੰਦ ਹੁੰਦੇ ਨੇ ਦੋ ਇਹਨਾਂ ਵਿੱਚੋਂ ਜਦੋਂ ਹਵਾ ਨਿਕਲਦੀ ਹੈ ਤੇ ਉਸ ਨਾਲ ਕੀ ਹੈ ਧੁਨੀ ਪੈਦਾ ਹੁੰਦੀ ਹੈ ਕੀ ਪੈਦਾ ਹੁੰਦੀ ਹੈ ਧੁਨੀ ਓਕੇ ਬੱਚੋ ਤੇ ਇਹਨੂੰ ਬੱਚੇ ਇੰਗਲਿਸ਼ ਵਿੱਚ ਕੀ ਹੈ ਸਕੈਚ ਦੀ ਲਿਨੈਕਸ ਐਂਡ ਐਕਸਪਲੇਨ ਦਾ ਫੰਕਸ਼ਨ ਇਨ ਯੂਅਰ ਵਰਡਸ ਠੀਕ ਹੈ ਲਿਨੈਕਸ ਨੂੰ ਅਸੀਂ ਵੌਇਸ ਬਾਕਸ ਵੀ ਕਹਿੰਦੇ ਆ ਇਹ upper end of the windpipe ਦੇ ਵਿੱਚ ਹੁੰਦੇ ਨੇ two vocal cords are stretched across the voice box of or larynx in such a way that it leaves a narrow slit between them for the passage of air ठीक when the lung forces air
through the slit the vocal cords vibrate and produce the sound ठीक है ਲੰਗਸ ਦੇ ਵਿੱਚੋਂ ਜਦੋਂ ਹਵਾ ਜਿਹੜੀ ਹੈ ਉਹ ਫੋਰਸ ਲਗਾਉਂਦੀ ਹੈ ਤੇ ਉਹਦੇ ਨਾਲ ਕੀ ਵੋਕਲ ਕਾਰਡ ਵਾਈਬ੍ਰੇਟ ਕਰਦੇ ਨੇ ਵਾਈਬ੍ਰੇਸ਼ਨ ਦੇ ਨਾਲ ਕੀ ਸਾਊਂਡ ਪ੍ਰੋਡਿਊਸ ਹੁੰਦੀ ਹੈ ਓਕੇ ਜੀ ਉਸ ਤੋਂ ਬਾਅਦ ਨੈਕਸਟ ਜਿਹੜਾ ਲਾਸਟ ਕੁਐਸਚਨ ਹੈ ਉਹ ਕੀ ਹੈਗਾ ਆਕਾਸ਼ ਵਿੱਚ ਆਕਾਸ਼ੀ ਬਿਜਲੀ ਤੇ ਬੱਦਲ ਗਰਜਨ ਦੀ ਘਟਨਾ ਇੱਕੋ ਸਮੇਂ ਤੇ ਸਾਡੇ ਤੋਂ ਸਮਾਨ ਦੂਰੀ ਤੇ ਘਟਿਤ ਹੁੰਦੀ ਹੈ ਪਰ ਸਾਨੂੰ ਆਕਾਸ਼ੀ ਬਿਜਲੀ ਪਹਿਲਾਂ ਵਿਖਾਈ ਦਿੰਦੀ ਹੈ ਤੇ ਬੱਦਲ ਦੀ ਗਰਜ ਜਿਹੜੀ ਆ ਬਾਅਦ ਵਿੱਚ ਸੁਣਾਈ ਦਿੰਦੀ ਹੈ ਪਿਆਰੇ ਵਿਦਿਆਰਥੀਓ ਬੱਦਲ ਦੀ ਗਰਜ ਦਾ ਮਤਲਬ ਹੈ ਧੁਨੀ ਠੀਕ ਹੈ ਧੁਨੀ ਦੀ ਬੱਚੇ ਗਤੀ ਜਿਹੜੀ ਆ ਯਾਦ ਰੱਖਣਾ ਸਾਰੇ ਬੱਚਿਆਂ ਨੇ ਇਹ ਗਤੀ ਜਿਹੜੀ ਆ ਉਹ ਕਿੰਨੀ ਹੁੰਦੀ ਹੈ 334 ਜਾਂ 340 ਮੀਟਰ ਪਰ ਸੈਕਿੰਡ ਠੀਕ ਹੈ ਇੰਨੇ ਮੀਟਰ ਸੈਕਿੰਡ ਤੇ ਮੀਟਰ ਪਰ ਸੈਕਿੰਡ ਤੇ ਜਿਹੜੀ ਸਾਊਂਡ ਦੀ ਤਾਂ ਇਹ ਹੋ ਗਈ ਇਸੇ ਤਰ੍ਹਾਂ ਬੱਚੇ ਰੋਸ਼ਨੀ ਦੀ ਗਤੀ ਜਿਹੜੀ ਆ ਯਾਨੀ ਕਿ ਲਾਈਟ ਦੀ ਸਪੀਡ ਜਿਹੜੀ ਆ ਉਹ ਕਿੰਨੀ ਹੁੰਦੀ ਹੈ ਉਹ ਹੁੰਦੀ 3 ਗੁਣਾ 10 ਦੀ ਪਾਵਰ 8 ਮੀਟਰ ਪਰ ਸੈਕਿੰਡ ਠੀਕ ਹੈ ਮਤਲਬ 3 ਦੇ ਨਾਲ 1 2 3 4 5 6 7 8 ਸਿਫਰਾਂ ਜਿਹੜੀਆਂ ਉਹਦੇ ਨਾਲ ਲਗਾ ਦੇਣੀਆਂ ਠੀਕ ਹੈ ਜਿਹੜੀ ਕਿ ਬਹੁਤ ਜ਼ਿਆਦਾ ਹੋ ਗਈ ਜੇ ਫਿਰ ਪ੍ਰਕਾਸ਼ ਦੀ ਗਤੀ ਯਾਨੀ ਕਿ ਰੋਸ਼ਨੀ ਦੀ ਗਤੀ ਜਿਹੜੀ ਬਹੁਤ ਜ਼ਿਆਦਾ ਹੋਣ ਕਰਕੇ ਬੱਦਲ ਗਰਜਦੇ ਜਿਹੜੇ ਆ ਉਹ ਟਾਈਮ ਤੇ ਆ ਜਦੋਂ ਬਿਜਲੀ ਲਿਸ਼ਕਦੀ ਹੈ ਤੇ ਬਿਜਲੀ ਦੀ ਰੋਸ਼ਨੀ ਜਿਹੜੀ ਯਾਨੀ ਕਿ ਰੋਸ਼ਨੀ ਦੀ ਗਤੀ ਜਿਹੜੀ ਜ਼ਿਆਦਾ ਹੋਣ ਕਰਕੇ ਉਹ ਸਾਡੇ ਤੱਕ ਬਹੁਤ ਜਲਦੀ ਪਹੁੰਚ ਜਾਂਦੀ ਹੈ ਤੇ ਸਾਊਂਡ ਜਿਹੜੀ ਸਾਨੂੰ ਬਾਅਦ ਚ ਸੁਣਾਈ ਦਿੰਦੀ ਉਹਦਾ ਕਾਰਨ ਕੀ ਹੁੰਦਾ ਉਹਦੀ ਗਤੀ ਜਿਹੜੀ ਆ ਉਹ ਕੀ ਹੈ ਘੱਟ ਹੁੰਦੀ ਹੈ 334 ਮੀਟਰ ਪਰ ਸੈਕਿੰਡ ਓਕੇ ਬੱਚੋ ਤਾਂ ਮਤਲਬ ਕਿ ਪ੍ਰਕਾਸ਼ ਦੀ ਚਾਲ ਧੁਨੀ ਦੀ ਚਾਲ ਨਾਲੋਂ ਬਹੁਤ ਜ਼ਿਆਦਾ ਵੱਧ ਹੋਣ ਕਰਕੇ ਸਾਨੂੰ ਆਕਾਸ਼ੀ ਬਿਜਲੀ ਪਹਿਲਾਂ ਦਿਖਾਈ ਦਿੰਦੀ ਹੈ ਤੇ ਬੱਦਲ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ ਓਕੇ ਜੀ it means the speed of the light is more than that of speed of sound thus due to the more speed of light it reaches us before sound so lightning is seen earlier and thunder is heard later okay bachcho so this is all about the NCERT back exercise of this chapter तो अगली वीडियो लैके ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਅਗਲੇ ਚੈਪਟਰ ਦੇ ਨਾਲ ਇਹਦਾ ਬੱਚੇ ਹੁਣ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਸਟ ਹੋਣ ਜਾ ਰਿਹਾ ਹੈ ਇਸ ਚੈਪਟਰ ਦੇ ਟੈਸਟ ਦੀ ਜਿਹੜੀ ਤਿਆਰੀ ਆ ਹੁਣ ਕਰ ਲੈਣੀ ਹੈ ਓਕੇ ਬੱਚੋ ਥੈਂਕ ਯੂ ਸੋ ਮਚ